ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਤੇ ਮੈਂ ਸੁਰਪੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਨ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ ਨਾਬਾਲਗਾਂ ਵਜੋਂ ਲਿਆਂਦੇ ਗਏ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਲਈ ਡਾਕਾ ਅਰਜ਼ੀਆਂ ਮੁੜ ਹੋਣਗੀਆਂ ਸ਼ੁਰੂ। ਅਮਰੀਕਾ ਤੋਂ ਡਿਪੋਰਟ ਹੋਏ 50 ਲੋਕ ਡੰਗੀ ਰੋਡ ਤੋਂ ਗਏ ਸੀ ਵਿਦੇਸ਼। ਅਮਰੀਕਾ 'ਚ 1 ਲੱਖ ਭਾਰਤੀ ਡਰਾਈਵਰਾਂ ਸਿਰ ਮੰਡਰਾ ਰਿਹਾ ਵੱਡਾ ਖਤਰਾ, ਹੁਣ ਨਹੀਂ ਰਹੇਗੀ ਪਹਿਲਾਂ ਵਾਲੀ ਗੱਲ। ਮਾਹਰਾਂ ਨੇ ਦਿੱਤੀ ਚੇਤਾਵਨੀ ਕਿ ਸ਼ਟਡਾਊਨ ਦੌਰਾਨ ਫੌਜੀਆਂ ਨੂੰ ਭੁਗਤਾਨ ਕਰਨ ਦੇ ਟਰੰਪ ਦੇ ਕਦਮ ਨੇ ਖਤਰਨਾਕ ਮਿਸਾਲ ਕਾਇਮ ਕੀਤੀ। ਟਰੰਪ ਵੱਲੋਂ ਚੀਨ ਦਾ ਮੁਕਾਬਲਾ ਕਰਨ ਲਈ ਨਵੀਂ ਯੋਜਨਾ। ਟਰੰਪ ਦਾ ਪਾਕਿਸਤਾਨ ਪ੍ਰਤੀ ਪਿਆਰ, ਕਿਹਾ ਮੈਂ ਹਰ ਮਹੀਨੇ ਰੋਕਦਾ ਹਾਂ ਯੁੱਧ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀ ਜੋ ਬਿਨਾਂ ਦਸਤਾਵੇਜ਼ ਵਾਲੇ ਨਾਬਾਲਗਾ ਵਜੋਂ ਅਮਰੀਕਾ ਆਏ ਸਨ, ਜਲਦੀ ਹੀ ਖੁਸ਼ਖਬਰੀ ਦੀ ਉਮੀਦ ਕਰ ਸਕਦੇ ਹਨ। ਸੰਘੀ ਸਰਕਾਰ 2021 ਤੋਂ ਬਾਅਦ ਪਹਿਲੀ ਵਾਰ ਡਿਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲਸ यानी कि डाका प्रोग्राम के तहत शुरुआती अर्जियां की प्रक्रिया मुड़ शुरू करने की योजना बना रही है। अमरीकी संघी सरकार ने 29 सितंबर को दक्षिणी जिले टैक्सास ब्राउनसविल डिवीजन ਲਈ संयुक्त राष्ट्र की जिला अदालत में एक नवी DACA यानी डाका योजना दायर की है। 2012 ਵਿੱਚ ਸਥਾਪਿਤ ਡਿਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲਸ ਪ੍ਰੋਗਰਾਮ ਅਮਰੀਕਾ ਵਿੱਚ ਗੈਰ ਦਸਤਾਵੇਜ਼ੀ ਨਾਬਾਲਗਾਂ ਨੂੰ ਅਸਥਾਈ ਰੋਜ਼ਗਾਰ ਅਧਿਕਾਰ ਅਤੇ ਦੇਸ਼ ਨਿਕਾਲੇ ਦੀ ਸੁਰੱਖਿਆ ਪ੍ਰਦਾਨ ਕਰਦਾ ਹੈ। 8 ਲੱਖ ਤੋਂ ਵੱਧ ਮੌਜੂਦਾ ਲਾਭਪਾਤਰੀਆਂ ਨੂੰ ਲਾਭ ਮਿਲਦਾ ਰਹਿੰਦਾ ਹੈ, ਪਰ 2021 ਦੇ ਵਿੱਚ ਦੇਸ਼ ਵਿਆਪੀ ਹੁਕਮ ਤੋਂ ਬਾਅਦ ਨਵੀਆਂ ਅਰਜ਼ੀਆਂ ਦਾ USCIS ਨਿਰਣਾ ਮੁਅੱਤਲ ਕਰ ਦਿੱਤਾ ਗਿਆ। जनवरी 2025 ਵਿੱਚ 5ਵੇਂ ਸਰਕਟ ਲਈ ਅਮਰੀਕੀ ਅਪੀਲ ਅਦਾਲਤ ਨੇ ਡਾਕਾ ਪ੍ਰੋਗਰਾਮ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ, ਜਿਸ ਨਾਲ ਮੌਜੂਦਾ ਸੁਰੱਖਿਆਵਾਂ ਨੂੰ ਬਰਕਰਾਰ ਰੱਖਿਆ ਗਿਆ ਅਤੇ ਨਵੇਂ ਲਾਭਾਂ ਤੇ ਪਾਬੰਦੀ ਨੂੰ ਸਿਰਫ ਟੈਕਸਾਸ ਵਿੱਚ ਲਾਗੂ ਕਰਨ ਲਈ ਸੀਮਿਤ ਕਰ ਦਿੱਤਾ ਗਿਆ। ਹੁਣ ਸੰਘੀ ਸਰਕਾਰ 2021 ਦੇ ਹੁਕਮ ਤੋਂ ਬਾਅਦ ਸ਼ੁਰੂਆਤੀ DACA यानी डाका अर्जियां ਦੀ ਪ੍ਰਕਿਰਿਆ ਦੁਬਾਰਾ ਸ਼ੁਰੂ ਕਰਨ ਦੀ योजना बना रही है। हालांकि टैक्सास ਵਿੱਚ ਬਿਨੈਕਾਰਾਂ ਨੂੰ ਮੁਲਤਵੀ ਕਾਰਵਾਈ ਦਿੱਤੀ ਜਾ ਸਕਦੀ ਹੈ, ਪਰ ਉਹ ਰੋਜ਼ਗਾਰ ਅਧਿਕਾਰ ਜਾਂ ਕਾਨੂੰਨੀ ਮੌਜੂਦਗੀ ਵਰਗੀਕਰਨ ਲਈ ਯੋਗ ਨਹੀਂ ਹਨ। ਟੈਕਸਾਸ ਵਿੱਚ ਹੁਕਮ ਜਾਰੀ ਰੱਖਣ ਦੇ ਅਦਾਲਤ ਦੇ ਫੈਸਲੇ ਕਾਰਨ ਟੈਕਸਾਸ ਜਾਣ ਵਾਲੇ ਡਾਕਾ ਲਾਭਪਾਤਰੀ ਆਪਣਾ ਰੋਜ਼ਗਾਰ ਅਧਿਕਾਰ ਗਵਾ ਸਕਦੇ ਹਨ। ਇੱਕ ਸੰਘੀ ਜੱਜ ਇਹ ਫੈਸਲਾ ਕਰਨ ਲਈ ਤਿਆਰ ਹੈ ਕਿ ਕੀ ਡਿਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕਰਨਾ, ਜੋ ਕੁਝ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਅਸਥਾਈ ਦੇਸ਼ ਨਿਕਾਲੇ ਦੀ ਸੁਰੱਖਿਆ ਅਤੇ ਵਰਕ ਪਰਮਿਟ ਪ੍ਰਦਾਨ ਕਰਦਾ ਹੈ। ਜੇਕਰ ਸੰਘੀ ਸਰਕਾਰ ਦੀ ਯੋਜਨਾ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਅਦਾਲਤ ਡਾਕਾ ਬਿਨੈਕਾਰਾਂ ਨੂੰ ਵਰਕ ਪਰਮਿਟ ਜਾਰੀ ਕਰਨ ਦੀ ਇਜਾਜ਼ਤ ਦੇ ਸਕਦੀ ਹੈ, ਟੈਕਸਾਸ ਦੇ ਨਿਵਾਸੀਆਂ ਨੂੰ ਛੱਡ ਕੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਵਾਲਿਆਂ ਖਿਲਾਫ ਕਾਰਵਾਈ ਜਾਰੀ ਹੈ। ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਣ ਵਾਲੇ ਜਾਂ ਅਧੂਰੇ ਦਸਤਾਵੇਜ਼ਾਂ ਨਾਲ ਉੱਥੇ ਰਹਿਣ ਵਾਲੇ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਸਿਲਸਿਲਾ ਜਾਰੀ ਹੈ। ਅਮਰੀਕੀ ਸਰਕਾਰ ਨੇ ਹਰਿਆਣਾ ਤੋਂ 50 ਲੋਕਾਂ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਦਿੱਲੀ ਹਵਾਈ ਅੱਡੇ ਤੇ ਪਹੁੰਚਾਇਆ। ਜਾਣਕਾਰੀ ਮਿਲਣ ਤੇ ਸਥਾਨਕ ਹਰਿਆਣਾ ਪੁਲਿਸ ਦਿੱਲੀ ਹਵਾਈ ਅੱਡੇ ਤੇ ਪਹੁੰਚੀ ਅਤੇ ਉਹਨਾਂ ਨੂੰ ਉਹਨਾਂ ਦੇ ਸੰਬੰਧਿਤ ਜ਼ਿਲ੍ਹਾ ਨਿਵਾਸੀਆਂ ਦੇ ਹਵਾਲੇ ਕਰ ਦਿੱਤਾ ਗਿਆ। ਹਰਿਆਣਾ ਵਾਪਸ ਆਉਣ ਤੋਂ ਬਾਅਦ ਪੁਲਿਸ ਨੇ ਉਹਨਾਂ ਦੀ ਤਸਦੀਕ ਕੀਤੀ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ। ਹੁਣ ਤੱਕ ਕੈਥਲ ਦੇ ਤਾਰਾਗੜ੍ਹ ਪਿੰਡ ਦੇ ਨਿਵਾਸੀ ਨਰੇਸ਼ ਕੁਮਾਰ ਵਿਰੁੱਧ 2 ਮਾਮਲੇ ਦਰਜ ਕੀਤੇ ਗਏ ਸਨ। ਉਸ ਨੂੰ ਹਿਰਾਸਤ ਵਿੱਚ ਲਿਆ ਗਿਆ। ਉਸ ਤੇ ਸ਼ਰਾਬ ਦੀ ਤਸਕਰੀ ਅਤੇ ਚੈੱਕ ਬਾਉਂਸਿੰਗ ਦੇ ਦੋਸ਼ ਹਨ। ਹੁਣ ਸੰਭਾਵਨਾ ਹੈ ਕਿ ਅਮਰੀਕਾ ਤੋਂ ਇੱਕ ਹੋਰ ਉਡਾਨ 3 ਨਵੰਬਰ ਨੂੰ ਹਰਿਆਣਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਦਿੱਲੀ ਪਹੁੰਚ ਸਕਦੀ ਹੈ। ਅਮਰੀਕੀ ਪੁਲਿਸ ਬੋਰਡ ਤੇ ਪਹੁੰਚਣ ਵਾਲੇ ਹਰਿਆਣਾ ਨਿਵਾਸੀਆਂ ਦੇ ਦਸਤਾਵੇਜ਼ਾਂ ਦੀ ਪੁਸ਼ਟੀ ਕਰ ਰਹੀ ਹੈ। ਅਮਰੀਕਾ ਤੋਂ ਡਿਪੋਰਟ ਕੀਤੇ ਗਏ 50 ਲੋਕਾਂ ਵਿੱਚੋਂ ਇਹਨਾਂ ਵਿੱਚੋਂ ਸਭ ਤੋਂ ਵੱਧ ਗਿਣਤੀ ਕਰਨਾਲ, ਜਿਸ ਦੀ ਗਿਣਤੀ 16 ਦੱਸੀ ਜਾ ਰਹੀ ਹੈ, ਤੇ ਕੈਥਲ 14 ਜਣੇ ਵਿੱਚ ਸ਼ਾਮਲ ਸੀ। ਇਸ ਤੋਂ ਇਲਾਵਾ ਕੁਰੂਕਸ਼ੇਤਰ ਤੋਂ 5 ਤੇ ਜੀਂਦ ਤੋਂ 3 ਅਤੇ ਹੋਰ ਜ਼ਿਲ੍ਹਿਆਂ ਤੋਂ 3 ਹਨ। ਜੀਂਦ ਤੋਂ ਡਿਪੋਰਟ ਕੀਤੇ ਗਏ 3 ਨੌਜਵਾਨਾਂ ਵਿੱਚ ਪਿੰਡ ਭੈਰਵ ਖੇੜਾ ਦਾ ਰਹਿਣ ਵਾਲਾ ਅਜੇ, ਗੁਆਂਢੀ ਪਿੰਡ ਦਾ ਰਹਿਣ ਵਾਲਾ ਲਾਭਜੋਤ ਸਿੰਘ ਅਤੇ ਨਵੀਨ ਸ਼ਾਮਲ ਹਨ। ਨਵੀਨ ਅਤੇ ਲਾਭਜੋਤ ਇੱਕ ਡੰਕੀ ਰੂਟ ਰਾਹੀਂ ਅਮਰੀਕਾ ਗਏ, ਜਦਕਿ ਅਜੇ ਕਾਨੂੰਨੀ ਤੌਰ ਤੇ ਕੈਨੇਡਾ ਪਹੁੰਚਣ ਤੋਂ ਬਾਅਦ ਅਧੂਰੇ ਦਸਤਾਵੇਜ਼ਾਂ ਦੇ ਆਧਾਰ ਤੇ ਉੱਥੇ ਅਮਰੀਕਾ ਪਹੁੰਚ ਗਿਆ ਸੀ। ਇਸ ਤੋਂ ਪਹਿਲਾਂ ਵੀ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਹੱਥਕੜੀ ਲਗਾ ਕੇ ਫੌਜ ਦੇ ਜਹਾਜ਼ ਰਾਹੀਂ ਭਾਰਤ ਡਿਪੋਰਟ ਕੀਤਾ ਗਿਆ।
जनवरी तो जुलाई 2025 तक हरियाणा ਦੇ ਕੁੱਲ 604 ਲੋਕਾਂ ਜੋ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਸੀ। ਹੁਣ ਹਰਿਆਣਾ ਤੋਂ ਡਿਪੋਰਟ ਕੀਤੇ ਗਏ ਲੋਕਾਂ ਦੀ ਗਿਣਤੀ 654 ਤੱਕ ਪਹੁੰਚ ਗਈ ਹੈ। ਅਮਰੀਕਾ ਸਿੱਖ ਡਰਾਈਵਰਾਂ ਨਾਲ ਜੁੜੇ ਦੋ ਭਿਆਨਕ ਸੜਕ ਹਾਦਸਿਆਂ ਤੋਂ ਬਾਅਦ ਉਹਨਾਂ ਨੂੰ ਜਾਰੀ ਕੀਤੇ ਗਏ ਡਰਾਈਵਿੰਗ ਲਾਇਸੈਂਸ ਸਵਾਲਾਂ ਦੇ ਘੇਰੇ ਵਿੱਚ ਹਨ। ਇਹਨਾਂ ਦੋਵਾਂ ਸੜਕ ਹਾਦਸਿਆਂ 'ਚ ਡਰਾਈਵਰਾਂ ਦੀ ਲਾਪਰਵਾਹੀ ਕਾਰਨ 6 ਲੋਕਾਂ ਦੀ ਮੌਤ ਹੋਈ ਹੈ। ਦੋਵੇਂ ਹੀ ਡਰਾਈਵਰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਏ ਸਨ। ਇਹਨਾਂ ਹਾਦਸਿਆਂ ਤੋਂ ਬਾਅਦ ਅਮਰੀਕਾ 'ਚ ਹੋਏ ਇੱਕ ਵਿਆਪਕ ਸੰਘੀ ਐਡਿਟ 'ਚ ਇਹ ਪਾਇਆ ਗਿਆ ਕਿ ਅਜਿਹੇ ਡਰਾਈਵਰਾਂ ਨੂੰ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕਰਨ 'ਚ ਭਾਰੀ ਬੇਨਿਯਮੀਆਂ ਪਾਈਆਂ ਗਈਆਂ ਹਨ, ਜਿਸ ਕਾਰਨ ਅਮਰੀਕਾ 'ਚ ਕੰਮ ਕਰਨ ਵਾਲੇ ਭਾਰਤ ਤੋਂ ਆਏ 1 ਲੱਖ ਤੋਂ ਵੱਧ ਪ੍ਰਵਾਸੀ ਟਰੱਕ ਡਰਾਈਵਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਦੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੇ ਅਮਰੀਕਾ 'ਚ ਨਵੀਂ ਬਹਿਸ ਛੇੜ ਦਿੱਤੀ ਹੈ। ਇੱਕ ਰਿਪੋਰਟ ਦੇ ਅਨੁਸਾਰ ਅਮਰੀਕੀ ਆਵਾਜਾਈ ਵਿਭਾਗ ਨੇ ਆਪਣੇ ਸੰਘੀ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਰਾਹੀਂ ਹਾਲ ਹੀ ਵਿੱਚ ਇੱਕ ਦੇਸ਼ ਵਿਆਪੀ ਐਡਿਟ ਦੇ ਨਤੀਜਿਆਂ ਦਾ ਐਲਾਨ ਕੀਤਾ, ਜਿਸ 'ਚ ਖੁਲਾਸਾ ਹੋਇਆ ਹੈ ਕਿ ਕਈ ਸੂਬਿਆਂ ਨੇ ਕਾਨੂੰਨੀ ਸਥਿਤੀ ਅਤੇ ਅੰਗਰੇਜ਼ੀ ਮੁਹਾਰਤ ਦੇ ਸੰਘੀ ਮਾਪਦੰਡਾਂ ਦੀ ਉਲੰਘਣਾ ਕਰਦੇ ਹੋਏ ਗੈਰ ਯੋਗਤਾ ਪ੍ਰਾਪਤ ਬਿਨੇਕਾਰਾਂ ਨੂੰ CDL ਜਾਰੀ ਕੀਤੇ ਹਨ। ਇਹਨਾਂ 'ਚ ਬਿਨਾਂ ਦਸਤਾਵੇਜ਼ ਵਾਲੇ ਪ੍ਰਵਾਸੀ ਵੀ ਸ਼ਾਮਲ ਹਨ। ਮਾਮਲੇ 'ਚ ਸਭ ਤੋਂ ਵੱਧ ਆਲੋਚਨਾ ਦਾ ਸਾਹਮਣਾ ਕਰਨ ਵਾਲੇ ਸੂਬਿਆਂ 'ਚ ਕੈਲੀਫੋਰਨੀਆ ਵੀ ਸ਼ਾਮਲ ਹੈ। ਐਡਿਟ 'ਚ ਪਾਇਆ ਗਿਆ ਹੈ ਕਿ ਕੈਲੀਫੋਰਨੀਆ 'ਚ ਜਾਰੀ ਕੀਤੇ ਗਏ ਗੈਰ ਨਿਵਾਸੀ CDL 'ਚ 25% ਤੋਂ ਵੱਧ ਗਲਤ ਤਰੀਕੇ ਨਾਲ ਜਾਰੀ ਕੀਤੇ ਗਏ ਸਨ। ਇਨ੍ਹਾਂ 'ਚ ਅਜਿਹੇ ਲਾਇਸੈਂਸ ਵੀ ਸ਼ਾਮਲ ਹਨ ਜੋ ਡਰਾਈਵਰਾਂ ਦੇ ਅਮਰੀਕਾ 'ਚ ਅਧਿਕਾਰਤ ਪ੍ਰਵਾਸ ਦੀ ਮਿਆਦ ਪੁੱਗਣ ਤੋਂ ਬਾਅਦ ਮਹੀਨਿਆਂ ਬਾਅਦ ਹੀ ਵੈਧ ਸਨ। ਹਾਲਾਂਕਿ ਐਡਿਟ 'ਚ ਜਨਤਕ ਤੌਰ ਤੇ ਦੱਸੇ ਗਏ ਆંકੜੇ ਭਾਰਤੀ ਮੂਲ ਦੇ ਸਾਰੇ ਪ੍ਰਵਾਸੀ ਟਰੱਕ ਡਰਾਈਵਰਾਂ ਨੂੰ ਸਹੀ ਢੰਗ ਨਾਲ ਨਹੀਂ ਦਰਸਾਉਂਦੇ ਹਨ, ਪਰ ਕੈਲੀਫੋਰਨੀਆ ਤੇ ਫਲੋਰੀਡਾ ਵਿੱਚ ਟਰੱਕ ਡਰਾਈਵਰਾਂ ਨਾਲ ਜੁੜੇ ਦੋ ਹਾਈ ਪ੍ਰੋਫਾਈਲ ਭਿਆਨਕ ਹਾਦਸਿਆਂ ਨੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਵਿਰੁੱਧ ਰੈਗੂਲੇਟਰੀ ਕਾਰਵਾਈ ਦਾ ਰਸਤਾ ਖੋਲ੍ਹ ਦਿੱਤਾ ਹੈ। ਸ਼ਟਡਾਊਨ ਹੋਣ ਦੇ ਬਾਵਜੂਦ ਅਮਰੀਕੀ ਫੌਜੀ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਦਾ ਹੁਕਮ ਦੇ ਕੇ ਡੋਨਲਡ ਟਰੰਪ ਇੱਕ ਰਾਜਨੀਤਿਕ ਤੌਰ ਤੇ ਅਛੂਤ ਹਲਕੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਹਨ, ਜੋ ਸੰਘੀ ਖਰਚਿਆਂ ਨੂੰ ਲੈ ਕੇ ਕਾਂਗਰਸ ਦੇ ਰੁਕਾਵਟ ਵਿੱਚ ਫਸਿਆ ਹੋਇਆ ਹੈ। ਇਹ ਚੇਤਾਵਨੀ ਮਾਹਰਾਂ ਨੇ ਦਿੱਤੀ ਹੈ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਅਜਿਹਾ ਇਸ ਤਰੀਕੇ ਨਾਲ ਕਰ ਰਿਹਾ ਹੈ ਜੋ ਲਗਭਗ ਯਕੀਨੀ ਤੌਰ ਤੇ ਗੈਰ ਕਾਨੂੰਨੀ ਹੈ ਅਤੇ ਜੇਕਰ ਇਸ ਨੂੰ ਰੋਕਿਆ ਨਾ ਗਿਆ ਤਾਂ ਇਹ ਸਰਕਾਰੀ ਖਰਚਿਆਂ ਨੂੰ ਕੰਟਰੋਲ ਕਰਨ ਲਈ ਕਾਂਗਰਸ ਦੇ ਸੰਵਿਧਾਨਕ ਅਧਿਕਾਰ ਲਈ ਮਾੜਾ ਸੰਕੇਤ ਹੈ। ਕੁਝ ਲੋਕਾਂ ਨੂੰ ਡਰ ਹੈ ਕਿ ਇਹ ਰਾਸ਼ਟਰਪਤੀ ਲਈ ਭਵਿੱਖ ਵਿੱਚ ਹੋਰ ਵਿਵਾਦਪੂਰਨ ਫੈਸਲਿਆਂ ਜਿਵੇਂ ਕਿ ਅਮਰੀਕੀ ਧਰਤੀ ਤੇ ਫੌਜ ਦੀ ਤੈਨਾਤੀ ਨੂੰ ਇੱਕ ਪਾਸੜ ਤੌਰ ਤੇ ਫੰਡ ਦੇਣ ਲਈ ਮੰਚ ਤਿਆਰ ਕਰ ਸਕਦਾ ਹੈ। ਉਹ ਉਹਨਾਂ ਲੋਕਾਂ ਦੇ ਨਾਲ ਹਨ ਜੋ ਮੰਨਦੇ ਹਨ ਕਿ ਇਸ ਤਰੀਕੇ ਨਾਲ ਪੈਸੇ ਨੂੰ ਇੱਧਰ ਉੱਧਰ ਲਿਜਾਣ ਦਾ ਅਸਲ ਵਿੱਚ ਕੋਈ ਚੰਗਾ ਕਾਨੂੰਨੀ ਜਾਇਜ਼ਾ ਨਹੀਂ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸੱਜੇ ਪੱਖੀ ਅਮਰੀਕਨ ਐਂਟਰਪ੍ਰਾਈਜ਼ ਇੰਸਟੀਚਿਊਟ ਦੇ ਇੱਕ ਸੀਨੀਅਰ ਫੈਲੋ ਜੋ ਅਮਰੀਕੀ ਸਰਕਾਰ 'ਚ ਸ਼ਕਤੀਆਂ ਦੇ ਵੱਖ ਹੋਣ ਤੇ ਧਿਆਨ ਕੇਂਦਰਿਤ ਕਰਦੇ ਹਨ, ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ ਇਸ ਨਵੇਂ ਵਿੱਤੀ ਸਾਲ ਲਈ ਫੌਜੀਆਂ ਨੂੰ ਭੁਗਤਾਨ ਕਰਨ ਲਈ ਕੋਈ ਕਾਂਗਰਸ ਦੀ ਇਜਾਜ਼ਤ ਨਹੀਂ ਹੈ। ਇਸ ਲਈ ਇਹ ਕਾਨੂੰਨੀ ਤੌਰ ਤੇ ਕਾਫੀ ਹੱਦ ਤੱਕ ਬਾਹਰ ਜਾ ਰਿਹਾ ਹੈ ਅਤੇ ਕਿਸੇ ਨੂੰ ਵੀ ਇਸ ਬਾਰੇ ਕੁਝ ਵੀ ਹਿੰਮਤ ਕਰਨ ਵਰਗਾ ਹੈ। ਕਿਉਂਕਿ ਬੇਸ਼ੱਕ ਅਸਲ ਵਿੱਚ ਕੋਈ ਵੀ ਇਹ ਨਹੀਂ ਸੋਚਦਾ ਕਿ ਫੌਜੀਆਂ ਨੂੰ ਭੁਗਤਾਨ ਕਰਨਾ ਬਹੁਤ ਬੁਰਾ ਹੈ। ਅਕਤੂਬਰ ਦੇ ਸ਼ੁਰੂ ਵਿੱਚ ਫੈਡਰਲ ਸਰਕਾਰ ਬੰਦ ਹੋ ਗਈ ਜਦੋਂ ਕਾਂਗਰਸ ਵਿੱਚ ਡੈਮੋਕ੍ਰੇਟਸ ਅਤੇ ਰਿਪਬਲਿਕਨ ਸਤੰਬਰ ਦੇ ਅੰਤ ਤੋਂ ਬਾਅਦ ਫੰਡਿੰਗ ਵਧਾਉਣ ਲਈ ਕਾਨੂੰਨੀ ਤੌਰ ਤੇ ਸਹਿਮਤ ਨਹੀਂ ਹੋ ਸਕੇ। ਲਗਭਗ 7 ਲੱਖ ਫੈਡਰਲ ਕਰਮਚਾਰੀਆਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ, ਜਦਕਿ ਲੱਖਾਂ ਹੋਰ ਕੰਮ ਤੋਂ ਰਿਪੋਰਟ ਕਰਨਾ ਜਾਰੀ ਰੱਖਦੇ ਹਨ ਪਰ ਤਨਖਾਹ ਨਹੀਂ ਮਿਲ ਰਹੀ ਹੈ। ਯਾਨੀ ਕਿ ਉਹ ਕੰਮ ਤਾਂ ਕਰ ਰਹੇ ਹਨ ਪਰ ਹਾਲੇ ਤੱਕ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ। ਵਾਈਟ ਹਾਊਸ ਦੇ ਸਾਬਕਾ ਪ੍ਰਬੰਧਨ ਦਫ਼ਤਰ ਅਤੇ ਬਜਟ ਅਧਿਕਾਰੀ ਬੋਬੀ ਕੋਗਨ ਨੇ ਕਿਹਾ ਹੈ ਕਿ ਪਿਛਲੀਆਂ ਸਰਕਾਰੀ ਬੰਦਾਂ ਦੌਰਾਨ ਯਾਨੀ ਕਿ ਪਿਛਲੇ ਸ਼ਟਡਾਊਨ ਦੌਰਾਨ ਫੌਜੀਆਂ ਨੂੰ ਭੁਗਤਾਨ ਕੀਤਾ ਗਿਆ ਸੀ ਕਿਉਂਕਿ ਕਾਂਗਰਸ ਨੇ ਜਾਂ ਤਾਂ ਰੱਖਿਆ ਵਿਭਾਗ ਦੇ ਖਰਚਿਆਂ ਨੂੰ ਮਨਜ਼ੂਰੀ ਦਿੱਤੀ ਸੀ ਜਾਂ ਉਹਨਾਂ ਦੀਆਂ ਤਨਖਾਹਾਂ ਦੀ ਗਾਰੰਟੀ ਲਈ ਖਾਸ ਤੌਰ ਤੇ ਬਿੱਲ ਪਾਸ ਕੀਤੇ ਸਨ, ਜੋ ਹੁਣ ਸੈਂਟਰ ਫॉर ਅਮਰੀਕਨ ਪ੍ਰੋਗਰੈਸ ਇੱਕ ਉਦਾਰਵਾਦੀ ਥਿੰਕ ਟੈਂਕ ਨਾਲ ਜੁੜੇ ਹੋਏ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਵਿਲੱਖਣ ਅੰਦਾਜ਼ ਵਿੱਚ ਇੱਕ ਹੋਰ ਵੱਡੀ ਯੋਜਨਾ ਬਣਾ ਰਹੇ ਹਨ। ਸਮੁੰਦਰ ਵਿੱਚ ਚੀਨ ਦਾ ਮੁਕਾਬਲਾ ਕਰਨ ਲਈ ਗੋਲਡਨ ਫਲੀਟ ਬਣਾਉਣਾ। ਟਰੰਪ ਦੀ ਇਸ ਯੋਜਨਾ ਵਿੱਚ ਅਮਰੀਕਾ ਜਲ ਸੈਨਾ ਲਈ ਸੁਨਹਿਰੀ ਰੰਗ ਦੇ ਹਾਈਪਰਸੋਨਿਕ ਮਿਜ਼ਾਈਲਾਂ ਨਾਲ ਲੈਸ ਉન્નਤ ਜੰਗੀ ਜਹਾਜ਼ ਸ਼ਾਮਲ ਹੋਣਗੇ।
ਕਿਉਂਕਿ ਉਹ ਮੌਜੂਦਾ ਜਹਾਜ਼ਾਂ ਦੀ ਦਿੱਖ ਨੂੰ ਬਦਸੂਰਤ ਸਮਝਦੇ ਹਨ। ਚੀਨ ਦੇ ਨਾਲ ਵੱਧਦੇ ਤਣਾਅ ਦੇ ਵਿਚਕਾਰ ਸਮੁੰਦਰ ਵਿੱਚ ਅਮਰੀਕਾ ਦਾ ਦਬਦਬਾ ਕਾਇਮ ਹੈ। ਫਿਲਹਾਲ ਇਹ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਤੇ ਚੀਨ ਦੇ ਵਿੱਚ ਇੱਕ ਵੱਡਾ ਸਮਝੌਤਾ ਹੋ ਚੁੱਕਿਆ ਹੈ, ਯਾਨੀ ਕਿ ਇਹ ਤਣਾਅ ਜਿਹੜਾ ਹੈ ਖਤਮ ਹੋ ਚੁੱਕਿਆ ਹੈ। ਪਰ ਇਸ ਤੋਂ ਪਹਿਲਾਂ ਡੋਨਲਡ ਟਰੰਪ ਨੇ ਇੱਕ ਵੱਡਾ ਐਲਾਨ ਕੀਤਾ ਸੀ, ਇੱਕ ਵੱਡੀ ਯੋਜਨਾ ਚੀਨ ਦੇ ਲਈ ਬਣਾਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਜੰਗੀ ਜਹਾਜ਼ ਜੋ ਨੇ 15,000 ਤੋਂ 20,000 ਟਨ ਦੇ ਵਿਚਕਾਰ ਵਜ਼ਨ ਵਾਲੇ ਹੋਣਗੇ ਅਤੇ ਵੱਡੀ ਗਿਣਤੀ ਵਿੱਚ ਲੰਬੀ ਦੂਰੀ ਦੀਆਂ ਹਾਈਪਰਸੋਨਿਕ ਮਿਜ਼ਾਈਲਾਂ ਤੈਨਾਤ ਕਰਨਗੇ। ਟਰੰਪ ਨੇ ਖੁਦ ਸੁਨਹਿਰੀ ਰੰਗ ਦਾ ਸੁਝਾਅ ਦਿੱਤਾ ਕਿਉਂਕਿ ਉਹ ਜੰਗਲ ਕਾਰਨ ਅਨਾਕਰਸ਼ਕ ਹੋਣ ਵਾਲੀ ਮੌਜੂਦਾ ਜਲ ਸੈਨਾ ਦੇ ਜਹਾਜ਼ਾਂ ਦੀ ਦਿੱਖ ਨੂੰ ਪਸੰਦ ਨਹੀਂ ਕਰਦੇ। ਟਰੰਪ ਦਾ ਅਮਰੀਕੀ ਜਲ ਸੈਨਾ ਦੇ ਸਕੱਤਰ ਜੋਨ ਫੈਲਨ ਨੇ ਦੱਸਿਆ ਕਿ ਟਰੰਪ ਜੰਗੀ ਜਹਾਜ਼ਾਂ ਵਿੱਚ ਬਹੁਤ ਦਿਲਚਸਪੀ ਲੈਂਦੇ ਹਨ ਅਤੇ ਉਹ ਸਵੇਰੇ 1 ਵਜੇ ਵੀ ਸੁਨੇਹਾ ਭੇਜ ਕੇ ਨਵੇਂ ਜਹਾਜ਼ਾਂ ਜਾਂ ਪੁਰਾਣੇ ਜੰਗਾਲ ਲੱਗ ਰਹੇ ਜਹਾਜ਼ਾਂ ਬਾਰੇ ਪੁੱਛਦੇ ਰਹਿੰਦੇ ਹਨ। ਟਰੰਪ ਨੇ ਇੱਕ ਸੰਮੇਲਨ ਦੇ ਵਿੱਚ ਕਿਹਾ ਸੀ ਕਿ ਉਹ ਕਹਿੰਦੇ ਹਨ ਕਿ ਉਹ ਗੁਪਤ ਨਹੀਂ ਹਨ। ਇੱਕ ਜਹਾਜ਼ ਨੂੰ ਗੁਪਤ ਹੋਣ ਲਈ ਬਦਸੂਰਤ ਹੋਣ ਦੀ ਜ਼ਰੂਰਤ ਨਹੀਂ ਹੈ। ਸਾਬਕਾ ਰੱਖਿਆ ਸਕੱਤਰ ਮਾਰਕ ਐਸਪਰ ਨੇ ਪਹਿਲਾਂ ਟਰੰਪ ਨੂੰ ਕਿਹਾ ਸੀ ਕਿ ਜੰਗੀ ਜਹਾਜ਼ ਲੜਾਈਆਂ ਲੜਨ ਅਤੇ ਜਿੱਤਣ ਲਈ ਬਣਾਏ ਜਾਂਦੇ ਹਨ, ਸੁੰਦਰਤਾ ਮੁਕਾਬਲਿਆਂ ਦੇ ਲਈ ਨਹੀਂ ਹੁੰਦੇ। ਇਸ ਤੋਂ ਇਲਾਵਾ ਟਰੰਪ ਦੇ ਸਮਰਥਕ ਇਸ ਯੋਜਨਾ ਨੂੰ ਸਮੁੰਦਰ ਵਿੱਚ ਅਮਰੀਕਾ ਦੇ ਦਬਦਬੇ ਅਤੇ ਮਾਣ ਦੇ ਪ੍ਰਤੀਕ ਵਜੋਂ ਦੇਖਦੇ ਹਨ। ਸੋ ਵਿਰੋਧੀਆਂ ਅਤੇ ਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਇਸ ਵੱਡੀ ਫੰਡਿੰਗ ਦੀ ਵਰਤੋਂ ਮੌਜੂਦਾ ਜਹਾਜ਼ਾਂ ਨੂੰ ਬਣਾਈ ਰੱਖਣ ਅਤੇ ਨਵੇਂ ਤਕਨੀਕੀ ਹਥਿਆਰਾਂ ਨੂੰ ਵਿਕਸਿਤ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ। ਸੀਨੀਅਰ ਨੇਵੀ ਅਧਿਕਾਰੀ ਮਾਰਕ ਮੌਂਟਗੋਮਰੀ ਨੇ ਕਿਹਾ ਹੈ ਕਿ ਨੇਵੀ ਨੂੰ ਰਾਸ਼ਟਰਪਤੀ ਦੇ ਸੁਹਜ ਦ੍ਰਿਸ਼ਟੀਕੋਣ ਦੇ ਆਧਾਰ ਤੇ ਨਹੀਂ ਬਣਾਇਆ ਜਾ ਸਕਦਾ, ਸਗੋਂ ਲੜਾਈ ਸਮਰੱਥਾ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਸ਼ਾਨਦਾਰ ਲੋਕ ਹਨ ਅਤੇ ਵਾਸ਼ਿੰਗਟਨ ਜਲਦੀ ਹੀ ਪਾਕਿਸਤਾਨ ਅਫਗਾਨਿਸਤਾਨ ਟਕਰਾਅ ਨੂੰ ਹੱਲ ਕਰ ਲਵੇਗਾ। ਟਰੰਪ ਨੇ ਇਹ ਬਿਆਨ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਦਿੱਤਾ, ਜਿੱਥੇ ਉਹ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਸ਼ਾਂਤੀ ਸਮਝੌਤੇ ਦੇ ਗਵਾਹ ਸਨ। ਟਰੰਪ ਨੇ ਮੀਡੀਆ ਨੂੰ ਦੱਸਿਆ ਕਿ ਇਹ ਇੱਕ ਬਹੁਤ ਲੰਬੀ ਸ਼ਾਂਤੀ ਹੋਵੇਗੀ, ਇਹ ਦਾਅਵਾ ਕਰਦੇ ਹੋਏ ਕਿ ਉਹਨਾਂ ਦੇ ਪ੍ਰਸ਼ਾਸਨ ਨੇ 8 ਮਹੀਨਿਆਂ ਵਿੱਚ 8 ਜੰਗਾਂ ਖਤਮ ਕਰ ਦਿੱਤੀਆਂ ਹਨ। ਉਹਨਾਂ ਨੇ ਕਿਹਾ ਕਿ ਔਸਤਨ ਉਹ 1 ਮਹੀਨੇ ਵਿੱਚ 1 ਜੰਗ ਖਤਮ ਕਰ ਲਏ ਸਨ। ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਪਾਕਿਸਤਾਨ ਅਫਗਾਨਿਸਤਾਨ ਟਕਰਾਅ ਹਾਲ ਹੀ ਵਿੱਚ ਸ਼ੁਰੂ ਹੋਇਆ ਸੀ ਅਤੇ ਉਹ ਇਸ ਨੂੰ ਜਲਦੀ ਹੱਲ ਕਰ ਲੈਣਗੇ ਕਿਉਂਕਿ ਉਹ ਦੋਵਾਂ ਨੇਤਾਵਾਂ ਨੂੰ ਜਾਣਦੇ ਸਨ। ਟਰੰਪ ਨੇ ਕਿਹਾ ਕਿ ਫੀਲਡ ਮਾਰਸ਼ਲ ਤੇ ਪ੍ਰਧਾਨ ਮੰਤਰੀ ਦੋਵੇਂ ਚੰਗੇ ਲੋਕ ਹਨ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਸ ਨੂੰ ਜਲਦੀ ਹੱਲ ਕਰ ਲਵਾਂਗੇ। ਕੁਆਲਾਲੰਪੁਰ ਵਿੱਚ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਸ਼ਾਂਤੀ ਸਮਝੌਤੇ ਦੌਰਾਨ ਟਰੰਪ ਵੀ ਮੌਜੂਦ ਸਨ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਜਿਹੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਖੁਸ਼ੀ ਹੈ ਅਤੇ ਜੇਕਰ ਇਹ ਲੱਖਾਂ ਜਾਨਾਂ ਬਚਾਉਂਦਾ ਹੈ ਤਾਂ ਇਹ ਇੱਕ ਵੱਡੀ ਪ੍ਰਾਪਤੀ ਹੈ। ਟਰੰਪ ਨੇ ਦੁਹਰਾਇਆ ਕਿ ਉਹਨਾਂ ਨੇ ਆਪਣੇ ਦੂਜੇ ਕਾਰਜਕਾਲ ਦੌਰਾਨ ਬਹੁਤ ਸਾਰੇ ਟਕਰਾਅ ਨੂੰ ਰੋਕਿਆ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਉਹਨਾਂ ਦਾ ਦੇਸ਼ ਪਾਕਿਸਤਾਨ ਨਾਲ ਆਪਣੇ ਰਣਨੀਤਿਕ ਸਬੰਧਾਂ ਨੂੰ ਵਧਾਉਣ ਦੇ ਲਈ ਤਿਆਰ ਹੈ, ਪਰ ਭਾਰਤ ਨਾਲ ਆਪਣੇ ਇਤਿਹਾਸਕ ਅਤੇ ਮਹੱਤਵਪੂਰਨ ਸਬੰਧਾਂ ਦੀ ਕੀਮਤ ਤੇ ਨਹੀਂ। ਕੁਆਲਾਲੰਪੁਰ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਆਪਣੀ ਨਿਰਧਾਰਤ ਮੁਲਾਕਾਤ ਤੋਂ ਪਹਿਲਾਂ ਰੂਸ ਨਾਲ ਭਾਰਤ ਦੇ ਊਰਜਾ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਰੂਬੀਓ ਨੇ ਕਿਹਾ ਕਿ ਨਵੀਂ ਦਿੱਲੀ ਪਹਿਲਾਂ ਹੀ ਆਪਣੀਆਂ ਕੱਚੇ ਤੇਲ ਦੀਆਂ ਖਰੀਦਾਂ ਨੂੰ ਵਿਭਿੰਨਤਾ ਬਣਾਉਣ ਦੀ ਇੱਛਾ ਪ੍ਰਗਟ ਕਰ ਚੁੱਕੀ ਹੈ। ਅਮਰੀਕੀ ਵਿਦੇਸ਼ ਮੰਤਰੀ ਆਸੀਆਨ ਸੰਮੇਲਨ ਲਈ ਮਲੇਸ਼ੀਆ ਦੀ ਆਪਣੀ ਫੇਰੀ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪਾਕਿਸਤਾਨ ਨਾਲ ਅਮਰੀਕਾ ਦੇ ਸਬੰਧਾਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਰੂਬੀਓ ਨੇ ਕਿਹਾ ਕਿ ਸਪਸ਼ਟ ਕਾਰਨਾਂ ਕਰਕੇ ਭਾਰਤ ਚਿੰਤਿਤ ਹੈ, ਪਰ ਉਹਨਾਂ ਨੂੰ ਲੱਗਦਾ ਹੈ ਕਿ ਭਾਰਤ ਨੂੰ ਇਹ ਸਮਝਣਾ ਪਵੇਗਾ ਕਿ ਸਾਡੇ ਕਈ ਵੱਖ-ਵੱਖ ਦੇਸ਼ਾਂ ਨਾਲ ਸਬੰਧ ਹਨ। ਪਾਕਿਸਤਾਨ ਦੇ ਨਾਲ ਆਪਣੇ ਰਣਨੀਤਿਕ ਸਬੰਧਾਂ ਨੂੰ ਵਧਾਉਣ ਦਾ ਮੌਕਾ ਦਿਖਾਈ ਦਿੰਦਾ ਹੈ। ਉਹਨਾਂ ਨੇ ਕਿਹਾ ਕਿ ਪਰ ਮੈਨੂੰ ਲੱਗਦਾ ਹੈ ਕਿ ਭਾਰਤ ਨੂੰ ਇਹ ਸਮਝਣਾ ਪਵੇਗਾ ਕਿ ਸਾਡੇ ਕਈ ਵੱਖ-ਵੱਖ ਦੇਸ਼ਾਂ ਨਾਲ ਸਬੰਧ ਹਨ। ਸਾਨੂੰ ਪਾਕਿਸਤਾਨ ਨਾਲ ਆਪਣੇ ਰਣਨੀਤਿਕ ਸਬੰਧਾਂ ਨੂੰ ਵਧਾਉਣ ਦਾ ਮੌਕਾ ਦਿਖਾਈ ਦਿੰਦਾ ਹੈ। ਰੂਬੀਓ ਨੇ ਅੱਗੇ ਵੀ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਦੋਂ ਕੂਟਨੀਤੀ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਗੱਲ ਹੁੰਦੀ ਹੈ ਤਾਂ ਭਾਰਤੀ ਬਹੁਤ ਪਰਿਪੱਕ ਹੋ ਜਾਂਦੇ ਹਨ। ਸੋ ਦੇਖੋ, ਉਹਨਾਂ ਦੇ ਕੁਝ ਦੇਸ਼ਾਂ ਨਾਲ ਸਬੰਧ ਹਨ ਜਿਨ੍ਹਾਂ ਨਾਲ ਸਾਡੇ ਸਬੰਧ ਨਹੀਂ ਹਨ, ਇਸ ਲਈ ਇਹ ਇੱਕ ਪਰਿਪੱਕ ਵਿਵਹਾਰਕ ਵਿਦੇਸ਼ ਨੀਤੀ ਦਾ ਹਿੱਸਾ ਹੈ। ਸੋ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ, ਮੈਨੂੰ ਨਹੀਂ ਲੱਗਦਾ ਕਿ ਅਸੀਂ ਪਾਕਿਸਤਾਨ ਨਾਲ ਜੋ ਵੀ ਕਰ ਰਹੇ ਹਾਂ ਉਹ ਭਾਰਤ ਨਾਲ ਸਾਡੇ ਸਬੰਧਾਂ ਜਾਂ ਦੋਸਤੀ ਦੀ ਕੀਮਤ ਤੇ ਹੈ। ਭਾਰਤ ਨਾਲ ਸਬੰਧ ਡੂੰਘੇ, ਇਤਿਹਾਸਕ ਅਤੇ ਮਹੱਤਵਪੂਰਨ ਹਨ। ਅਮਰੀਕਾ ਪਾਕਿਸਤਾਨ ਸਬੰਧਾਂ ਵਿੱਚ ਪਿਛਲੇ 6 ਮਹੀਨਿਆਂ ਵਿੱਚ ਨੇੜਤਾ ਦੇਖਣ ਨੂੰ ਮਿਲੀ ਹੈ, ਖਾਸ ਕਰਕੇ ਮਈ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਝੜਪ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਾਕਿਸਤਾਨ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਨਾਲ ਮੁਲਾਕਾਤ ਤੋਂ ਬਾਅਦ ਸੋ ਭਾਰਤ ਤੇ ਟਰੰਪ ਦੇ ਵਾਰ-ਵਾਰ ਕੀਤੇ ਗਏ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ ਕਿ ਉਹਨਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਦੀ ਵਿਚੋਲਗੀ ਕੀਤੀ ਸੀ। ਪਾਕਿਸਤਾਨ ਨੇ ਟਕਰਾਅ ਨੂੰ ਖਤਮ ਕਰਨ ਦਾ ਸਹਿਰਾ ਅਮਰੀਕੀ ਰਾਸ਼ਟਰਪਤੀ ਨੂੰ ਦਿੱਤਾ ਹੈ।
ਥਾਈਲੈਂਡ ਅਤੇ ਕੰਬੋਡੀਆ ਦੀਆਂ ਸਰਕਾਰਾਂ ਵਿਚਕਾਰ ਜੰਗਬੰਦੀ ਸਮਝੌਤੇ ਤੇ ਦਸਤਖਤ ਕੀਤੇ ਗਏ। ਇਹ ਸਮਝੌਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ਵਿੱਚ ਹੋਇਆ। ਇਸ ਸਾਲ ਦੇ ਸ਼ੁਰੂ ਵਿੱਚ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਹਿੰਸਕ ਸਰਹੱਦੀ ਝੜਪਾਂ ਨੇ ਦੋਵਾਂ ਦੇਸ਼ਾਂ ਨੂੰ ਜੰਗ ਦੇ ਕਿਨਾਰੇ ਤੇ ਪਹੁੰਚਾ ਦਿੱਤਾ। ਹਾਲਾਂਕਿ ਦੋਵੇਂ ਦੇਸ਼ ਕਥਿਤ ਤੌਰ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਦਖਲ ਤੋਂ ਬਾਅਦ ਜੰਗਬੰਦੀ ਤੇ ਸਹਿਮਤ ਹੋਏ ਸਨ। ਟਰੰਪ ਨੇ ਆਰਥਿਕ ਦਬਾਅ ਰਾਹੀਂ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਲਿਆਉਣ ਦਾ ਦਾਅਵਾ ਕੀਤਾ। ਥਾਈਲੈਂਡ ਅਤੇ ਕੰਬੋਡੀਆ ਜੁਲਾਈ ਵਿੱਚ 5 ਦਿਨਾਂ ਦੀ ਲੜਾਈ ਵਿੱਚ ਰੁੱਝੇ ਹੋਏ ਹਨ, ਜਿਸ ਵਿੱਚ ਦਰਜਨਾਂ ਲੋਕ ਮਾਰੇ ਗਏ ਅਤੇ ਹਜ਼ਾਰਾਂ ਜ਼ਖਮੀ ਹੋ ਗਏ। ਦੋਵੇਂ ਦੇਸ਼ ਜ਼ਮੀਨੀ ਦਾਅਵਿਆਂ ਨੂੰ ਲੈ ਕੇ ਟਕਰਾ ਗਏ। ਹਾਲਾਂਕਿ ਟਰੰਪ ਦੇ ਦਖਲ ਤੋਂ ਬਾਅਦ ਦੋਵੇਂ ਦੇਸ਼ ਜੰਗਬੰਦੀ ਤੇ ਸਹਿਮਤ ਹੋਏ। ਸਮਝੌਤੇ ਦੇ ਤਹਿਤ ਪਹਿਲੇ ਪੜਾਅ ਵਿੱਚ ਥਾਈਲੈਂਡ ਅਤੇ ਕੰਬੋਡੀਆ ਕੈਦੀਆਂ ਨੂੰ ਰਿਹਾ ਕਰਨਗੇ ਅਤੇ ਕੰਬੋਡੀਆ ਸਰਹੱਦ ਤੋਂ ਆਪਣੇ ਤੋਪਖਾਨੇ ਹਟਾਉਣਾ ਸ਼ੁਰੂ ਕਰ ਦੇਵੇਗਾ। ਖੇਤਰੀ ਨਿਰੱਖਕ ਸਥਿਤੀ ਦੀ ਨਿਗਰਾਨੀ ਕਰਨਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਲੜਾਈ ਦੁਬਾਰਾ ਸ਼ੁਰੂ ਨਾ ਹੋਵੇ। ਸਮਾਗਮ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, ਅਸੀਂ ਕੁਝ ਅਜਿਹਾ ਪ੍ਰਾਪਤ ਕੀਤਾ ਹੈ ਜੋ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਕਿ ਨਹੀਂ ਕੀਤਾ ਜਾ ਸਕਦਾ। ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਮਾਨੇਟ ਨੇ ਇਸ ਨੂੰ ਇੱਕ ਇਤਿਹਾਸਕ ਦਿਨ ਕਿਹਾ। ਉਹਨਾਂ ਨੇ ਕਿਹਾ, ਇਹ ਸਮਝੌਤਾ ਸਥਾਈ ਸ਼ਾਂਤੀ ਦੀ ਨੀਂਹ ਰੱਖੇਗਾ। ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਜੰਗਬੰਦੀ ਸਮਝੌਤੇ ਦੇ ਦਸਤਖਤ ਸਮਾਰੋਹ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿੱਚ ਆਯੋਜਿਤ ਕੀਤਾ ਗਿਆ। ਦੋਵੇਂ ਦੇਸ਼ਾਂ ਦੇ ਨੇਤਾ ਇਸ ਸਮੇਂ ਆਸੀਆਨ ਸੰਮੇਲਨ ਲਈ ਕੁਆਲਾਲੰਪੁਰ ਵਿੱਚ ਹਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਹਿੱਸਾ ਲੈਣ ਲਈ ਮਲੇਸ਼ੀਆ ਪਹੁੰਚੇ ਹਨ। ਜੰਗਬੰਦੀ ਸਮਝੌਤੇ ਤੇ ਦਸਤਖਤ ਕਰਨ ਤੋਂ ਇਲਾਵਾ ਟਰੰਪ ਨੇ ਕੰਬੋਡੀਆ ਅਤੇ ਥਾਈਲੈਂਡ ਨਾਲ ਵੱਖਰੇ ਆਰਥਿਕ ਸਮਝੌਤੇ ਤੇ ਵੀ ਦਸਤਖਤ ਕੀਤੇ ਹਨ। ਮਲੇਸ਼ੀਆ ਪਹੁੰਚਣ ਤੇ ਇਹ ਟਰੰਪ ਦਾ ਪਹਿਲਾ ਸਮਾਗਮ ਸੀ। ਮਲੇਸ਼ੀਆ ਤੋਂ ਬਾਅਦ ਰਾਸ਼ਟਰਪਤੀ ਟਰੰਪ ਜਾਪਾਨ ਅਤੇ ਦੱਖਣੀ ਕੋਰੀਆ ਦਾ ਦੌਰਾ ਕਰਨਗੇ। ਦੱਖਣੀ ਕੋਰੀਆ ਵਿੱਚ ਟਰੰਪ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ। ਬੀਤੇ ਦਿਨੀ ਤਜਾਕਿਸਤਾਨ ਵਿੱਚ ਬੇहद ਮੁਸ਼ਕਲ ਤੇ ਅਣਮਨੁੱਖੀ ਹਾਲਾਤਾਂ ਵਿੱਚ ਕੰਮ ਕਰਨ ਲਈ ਮਜਬੂਰ ਕੀਤੇ ਗਏ 7 ਪੰਜਾਬੀ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ, ਜਿਨ੍ਹਾਂ ਦੀ ਦੁਪਹਿਰ 2 ਵਜੇ ਭਾਰਤ ਵਾਪਸੀ ਹੋ ਜਾਵੇਗੀ। ਅੱਜ ਇਹ ਸਾਰੇ ਨੌਜਵਾਨ ਦੁਪਹਿਰ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਦਿੱਲੀ ਵਿਖੇ ਪਹੁੰਚਣਗੇ, ਜਿੱਥੋਂ ਉਹ ਅੱਗੇ ਪੰਜਾਬ ਲਈ ਰਵਾਨਾ ਹੋਣਗੇ। ਇਨ੍ਹਾਂ ਨੌਜਵਾਨਾਂ 'ਚ ਅਵਤਾਰ ਸਿੰਘ ਢੇਰ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਮਨਜੀਤ ਸਿੰਘ, ਅਮਰਜੀਤ ਸਿੰਘ ਅਤੇ ਹਰਦੀਪ ਸਿੰਘ ਸ਼ਾਮਲ ਸਨ, ਜਿਨ੍ਹਾਂ ਨੇ ਸਾਂਝੇ ਤੌਰ ਤੇ ਖੁਲਾਸਾ ਕੀਤਾ ਸੀ ਕਿ ਉਹਨਾਂ ਨੂੰ ਧੋਖੇ ਨਾਲ ਇੱਥੇ ਭੇਜਿਆ ਗਿਆ ਹੈ। ਉਹਨਾਂ ਨੂੰ ਨੰਗਲ ਦੇ ਇੱਕ ਟਰੈਵਲ ਏਜੰਟ ਵੱਲੋਂ ਤਜਾਕਿਸਤਾਨ ਵਿੱਚ ਡਰਾਈਵਿੰਗ ਦਾ ਕੰਮ ਦਿਵਾਉਣ ਦਾ ਦਾਅਵਾ ਕੀਤਾ ਗਿਆ ਸੀ, ਪਰ ਉੱਥੇ ਉਹਨਾਂ ਤੋਂ ਸਖਤ ਮਜ਼ਦੂਰੀ ਕਰਵਾਈ ਗਈ ਅਤੇ ਉਹਨਾਂ ਨੂੰ ਨਾ ਤਾਂ ਸਹੀ ਪੈਸੇ ਦਿੱਤੇ ਗਏ ਅਤੇ ਨਾ ਹੀ ਰਹਿਣ ਲਈ ਚੰਗੀ ਜਗ੍ਹਾ ਦਿੱਤੀ ਗਈ। ਇਨ੍ਹਾਂ ਨੌਜਵਾਨਾਂ ਨੇ 19 ਅਕਤੂਬਰ ਨੂੰ ਇੱਕ ਵੀਡੀਓ ਵੀ ਜਾਰੀ ਕੀਤਾ ਸੀ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਭਾਰਤ ਦੇ ਇੱਕ ਧੋਖੇਬਾਜ਼ ਏਜੰਟ ਨੇ ਚੰਗੇ ਕੰਮ ਦਾ ਝਾਂਸਾ ਦੇ ਕੇ ਤਜਾਕਿਸਤਾਨ ਭੇਜ ਦਿੱਤਾ ਹੈ ਤੇ ਰੋਗਨ ਸ਼ਹਿਰ ਵਿੱਚ ਉਹਨਾਂ ਦੇ ਮਾਲਕਾਂ ਵੱਲੋਂ ਉਹਨਾਂ ਨਾਲ ਕਾਫੀ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ। ਬ੍ਰਿਟਿਸ਼ ਪੱਤਰਕਾਰ ਅਤੇ ਰਾਜਨੀਤਿਕ ਟਿੱਪਣੀਕਾਰ ਸਾਮੀ ਹਮਦੀ ਨੂੰ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ। ਉਸ ਦਾ ਵੀਜ਼ਾ ਵੀ ਰੱਦ ਕਰ ਦਿੱਤਾ ਗਿਆ। ਇੱਕ ਹੋਮਲੈਂਡ ਸਿਕਿਉਰਿਟੀ ਅਧਿਕਾਰੀ ਨੇ ਕਿਹਾ ਉਸ ਨੂੰ ਅਮਰੀਕਾ ਵਿੱਚ ਆਪਣਾ ਭਾਸ਼ਣ ਪੂਰਾ ਕਰਨ ਦੀ ਇਜਾਜ਼ਤ ਦੇਣ ਦੀ ਬਜਾਏ ਦੇਸ਼ ਨਿਕਾਲਾ ਦਿੱਤਾ ਜਾਵੇਗਾ। DHS ਬੁਲਾਰੇ ਟ੍ਰਿਸ਼ੀਆ ਨੇ ਸੋਸ਼ਲ ਮੀਡੀਆ ਸਾਈਟ X ਤੇ ਇੱਕ ਪੋਸਟ ਵਿੱਚ ਲਿਖਿਆ ਕਿ ਰਾਸ਼ਟਰਪਤੀ ਟਰੰਪ ਦੇ ਅਨੁਸਾਰ ਜੋ ਲੋਕ ਅੱਤਵਾਦ ਦਾ ਸਮਰਥਨ ਕਰਦੇ ਹਨ ਅਤੇ ਅਮਰੀਕੀ ਰਾਸ਼ਟਰੀ ਸੁਰੱਖਿਆ ਨੂੰ ਕਮਜ਼ੋਰ ਕਰਦੇ ਹਨ, ਉਹਨਾਂ ਨੂੰ ਇਸ ਦੇਸ਼ ਵਿੱਚ ਕੰਮ ਕਰਨ ਜਾਂ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਮਦੀ ਨੇ ਸ਼ਨੀਵਾਰ ਨੂੰ ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ ਕੌਂਸਲ ਔਨ ਅਮਰੀਕਨ ਇਸਲਾਮਿਕ ਰਿਲੇਸ਼ਨਸ ਲਈ ਇੱਕ ਸਮਾਗਮ ਵਿੱਚ ਗੱਲ ਕੀਤੀ ਅਤੇ ਐਤਵਾਰ ਨੂੰ ਫਲੋਰੀਡਾ ਵਿੱਚ ਇੱਕ ਸਮਾਗਮ ਵਿੱਚ ਬੋਲਣਾ ਤੈਅ ਸੀ। CAIR ਨੇ ਕਿਹਾ ਕਿ ਉਸ ਨੂੰ ਸੈਨ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਿਰਾਸਤ ਵਿੱਚ ਲਿਆ ਗਿਆ। ਕੰਜ਼ਰਵੇਟਿਵ ਨੇਤਾ ਟਰੰਪ ਪ੍ਰਸ਼ਾਸਨ ਨੂੰ ਅਮਰੀਕਾ ਤੋਂ ਹਮਦੀ ਨੂੰ ਕੱਢਣ ਦੀ ਅਪੀਲ ਕਰ ਰਹੇ ਹਨ। ਹਮਦੀ ਬ੍ਰਿਟਿਸ਼ TV ਨੈਟਵਰਕਸ ਤੇ ਇੱਕ ਵਿਸ਼ਲੇਸ਼ਕ ਅਤੇ ਟਿੱਪਣੀਕਾਰ ਵਜੋਂ ਪ੍ਰਗਟ ਹੋਇਆ ਹੈ। ਸੋ CAIR ਨੇ ਐਤਵਾਰ ਨੂੰ ਉਸ ਦੀ ਰਿਹਾਈ ਦੀ ਮੰਗ ਕੀਤੀ ਅਤੇ ਟਰੰਪ ਪ੍ਰਸ਼ਾਸਨ ਤੇ ਇਜ਼ਰਾਈਲੀ ਸਰਕਾਰ ਦੀ ਆਲੋਚਨਾ ਕਰਨ ਲਈ ਉਸ ਨੂੰ ਹਿਰਾਸਤ ਵਿੱਚ ਲੈਣ ਦਾ ਦੋਸ਼ ਲਗਾਇਆ। CAIR ਦੇ ਡਿਪਟੀ ਡਾਇਰੈਕਟਰ ਐਡਵਰਡ ਅਹਿਮਦ ਮਿਸ਼ੇਲ ਨੇ ਕਿਹਾ, ਹਮਦੀ ਨੇ ਪਹਿਲਾਂ ਇਸਲਾਮੀ ਕੱਟੜਪੰਥੀਆਂ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸੰਗਠਨ ਦੇ ਵਕੀਲ ਸ਼ਾਮ ਤੱਕ ਉਸ ਨਾਲ ਸੰਪਰਕ ਨਹੀਂ ਕਰ ਸਕੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਸੀਆਨ ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਮਲੇਸ਼ੀਆ ਦੇ ਕੁਆਲਾਲੰਪੁਰ ਪਹੁੰਚ ਗਏ ਹਨ। ਹਵਾਈ ਅੱਡੇ ਤੇ ਪਹੁੰਚਦੇ ਹੀ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਜਦੋਂ ਟਰੰਪ ਜਹਾਜ਼ ਤੋਂ ਉਤਰ ਰਹੇ ਸਨ ਤਾਂ ਉਹਨਾਂ ਨੇ ਢੋਲ ਦੀ ਥਾਪ ਤੇ ਨੱਚਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਟਰੰਪ ਦੀ ਮਲੇਸ਼ੀਆ ਟੂਰ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਵੀ ਹੋ ਰਹੀ ਹੈ, ਜਿਸ ਤੇ ਯੂਜ਼ਰ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਵਾਇਰਲ ਹੋ ਰਹੀ ਵੀਡੀਓ 'ਚ ਅਮਰੀਕੀ ਰਾਸ਼ਟਰਪਤੀ ਟਰੰਪ 에ਅਰਫੋਰਸ 1 ਦੇ ਨੇੜੇ ਹਵਾਈ ਅੱਡੇ ਤੇ ਟਰਮੈਕ ਤੇ ਢੋਲ ਦੀ ਥਾਪ ਤੇ
ਨੱਚਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਉਹਨਾਂ ਦੇ ਊਰਜਾਵਾਨ ਕਦਮਾਂ ਨੂੰ ਦੇਖ ਕੇ ਉੱਥੇ ਮੌਜੂਦ ਲੋਕਾਂ ਦੇ ਚਿਹਰੇ ਤੇ ਮੁਸਕਾਨ ਦੇਖਣ ਨੂੰ ਮਿਲ ਰਹੀ ਹੈ। ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਡਾਂਸ ਕਰ ਰਹੇ ਸਨ, ਉਸ ਸਮੇਂ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਵੀ ਉੱਥੇ ਮੌਜੂਦ ਸਨ। ਇਬਰਾਹਿਮ ਟਰੰਪ ਦੇ ਨੱਚਣ ਨੂੰ ਦੇਖ ਕੇ ਮੁਸਕਰਾ ਰਹੇ ਸਨ। ਲੋਕਾਂ ਨੇ ਟਰੰਪ ਦੇ ਇਸ ਅੰਦਾਜ਼ ਨੂੰ ਮਨੋਰੰਜਕ ਤੇ ਗੈਰ ਰਸਮੀ ਦੱਸਿਆ। ਵਾਇਰਲ ਹੋ ਰਹੀ ਵੀਡੀਓ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਲੇਸ਼ੀਆ ਦੇ ਮੁੱਖ ਜਾਤੀ ਸਮੂਹਾਂ, ਜਿਨ੍ਹਾਂ ਵਿੱਚ ਬੋਰਨੀਓ ਦੇ ਮੂਲ ਨਿਵਾਸੀ, ਮਲਿਆਵ ਖੰਡ ਅਤੇ ਭਾਰਤੀ ਸ਼ਾਮਲ ਹਨ, ਉਹਨਾਂ ਦੀ ਨੁਮਾਇੰਦਗੀ ਕਰਨ ਵਾਲੇ ਰੰਗ-ਬਿਰੰਗੇ ਪਹਿਰਾਵੇ ਵਾਲੇ ਨਰਤਕਾਂ ਨਾਲ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ। ਪੈਰਿਸ ਦੇ ਮਸ਼ਹੂਰ ਲੂਵਰ ਮਿਊਜ਼ੀਅਮ ਤੋਂ ਸ਼ਾਹੀ ਗਹਿਣਿਆਂ ਦੀ ਚੋਰੀ ਦੇ ਮਾਮਲੇ ਵਿੱਚ ਕਈ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੈਰਿਸ ਦੇ ਕਾਨੂੰਨੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਜਾਂਚਕਰਤਾਵਾਂ ਨੇ ਸ਼ਨੀਵਾਰ ਸ਼ਾਮ ਨੂੰ ਇਹ ਗ੍ਰਿਫਤਾਰੀਆਂ ਕੀਤੀਆਂ। ਹਿਰਾਸਤ 'ਚ ਲਏ ਵਿਅਕਤੀਆਂ 'ਚੋਂ ਇੱਕ ਹਵਾਈ ਅੱਡੇ ਤੋਂ ਦੇਸ਼ ਛੱਡਣ ਦੀ ਤਿਆਰੀ ਕਰ ਰਿਹਾ ਸੀਗਾ, ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਫਰਾਂਸੀਸੀ ਮੀਡੀਆ BFM TV ਅਤੇ ਲੇ ਪੈਰਿਸੀਅਨ ਅਖਬਾਰ ਨੇ ਪਹਿਲਾਂ ਖਬਰਾਂ ਦਿੱਤੀਆਂ ਸਨ ਕਿ 2 ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੈਰਿਸ ਦੇ ਕਾਨੂੰਨੀ ਅਧਿਕਾਰੀ ਲਾਰੇ ਨੇ ਗ੍ਰਿਫਤਾਰੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਅਤੇ ਇਹ ਵੀ ਨਹੀਂ ਦੱਸਿਆ ਕਿ ਗਹਿਣੇ ਬਰਾਮਦ ਹੋਏ ਹਨ ਜਾਂ ਨਹੀਂ। ਪਿਛਲੇ ਐਤਵਾਰ ਨੂੰ ਸਵੇਰੇ ਚੋਰਾਂ ਨੇ 8 ਮਿੰਟ ਤੋਂ ਵੀ ਘੱਟ ਸਮੇਂ ਵਿੱਚ 10.2 ਕਰੋੜ ਡਾਲਰ ਕੀਮਤੀ ਗਹਿਣੇ ਚੋਰੀ ਕਰ ਲਏ। ਫਰਾਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੋਰਾਂ ਨੇ ਮਿਊਜ਼ੀਅਮ ਦੀ ਖਿੜਕੀ ਤੋੜ ਕੇ ਫਰਾਂਸੀਸੀ ਸ਼ਾਹੀ ਗਹਿਣੇ ਚੋਰੀ ਕਰ ਲਏ ਸਨ। ਭਾਰਤ ਅਤੇ ਚੀਨ ਵਿਚਕਾਰ ਸਿੱਧੀ ਹਵਾਈ ਸੇਵਾ 5 ਸਾਲਾਂ ਬਾਅਦ ਐਤਵਾਰ ਨੂੰ ਮੁੜ ਸ਼ੁਰੂ ਹੋ ਗਈ ਹੈ। ਇੰਡੀਗੋ 에ਅਰਲਾਈਨਸ ਦੀ ਇੱਕ ਨਾਨ-ਸਟਾਪ ਕੋਲਕਾਤਾ ਗੁਆਂਗਜ਼ੂ ਉਡਾਨ ਰਾਤ 10 ਵਜੇ ਦੇ ਕਰੀਬ ਰਵਾਨਾ ਹੋਈ। ਕਿਸੇ ਭਾਰਤੀ ਸ਼ਹਿਰ ਤੋਂ ਚੀਨ ਲਈ ਇਹ ਪਹਿਲੀ ਉਡਾਨ ਹੈ। ਕੋਵਿਡ-19 ਮਹਾਮਾਰੀ ਅਤੇ ਸਰਹੱਦੀ ਤਣਾਅ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਸਿੱਧੀ ਹਵਾਈ ਸੰਪਰਕ ਲੰਬੇ ਸਮੇਂ ਤੋਂ ਵਿਘਨ ਪਿਆ ਸੀ। ਇੰਡੀਗੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਉਡਾਨ ਰੋਜ਼ਾਨਾ ਚੱਲੇਗੀ। ਉਡਾਨ ਰਵਾਨਾ ਹੋਣ ਤੋਂ ਪਹਿਲਾਂ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਇੱਕ ਸੰਖੇਪ ਸਮਾਰੋਹ ਆਯੋਜਿਤ ਕੀਤਾ ਗਿਆ। ਇੱਕ ਚੀਨੀ ਯਾਤਰੀ ਨੇ ਨਵੀਂ ਦੋਸਤੀ ਅਤੇ ਸਹਿਯੋਗ ਦੇ ਪ੍ਰਤੀਕ ਵਜੋਂ ਇੱਕ ਦੀਵਾ ਜਗਾਇਆ। ਇਸ ਤੋਂ ਇਲਾਵਾ ਹਵਾਈ ਅੱਡੇ ਦੇ ਡਾਇਰੈਕਟਰ ਡਾਕਟਰ PR ਬੋਰੀਆ, 에ਅਰਪੋਰਟ ਅਥਾਰਟੀ ਆਫ ਇੰਡੀਆ ਅਤੇ ਇੰਡੀਗੋ 에ਅਰਲਾਈਨਸ ਦੇ ਅਧਿਕਾਰੀ ਇਸ ਸਮਾਗਮ ਵਿੱਚ ਮੌਜੂਦ ਸਨ। ਇਸ ਮੌਕੇ ਬੋਰੀਆ ਨੇ ਕਿਹਾ ਹੈ ਕਿ ਇਸ ਸਿੱਧੇ ਰਸਤੇ ਦੀ ਮੁੜ ਸੁਰਜੀਤੀ ਨਾਲ ਨਾ ਸਿਰਫ ਵਪਾਰ ਅਤੇ ਸੈਰ ਸਪਾਟਾ ਸੰਬੰਧ ਮਜ਼ਬੂਤ ਹੋਣਗੇ, ਸਗੋਂ 2 ਵੱਡੇ ਸ਼ਹਿਰਾਂ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵਧੇਰੀ ਸਹੂਲਤ ਮਿਲੇਗੀ। ਅਧਿਕਾਰੀਆਂ ਨੇ ਕਿਹਾ ਕਿ ਕੋਲਕਾਤਾ ਅਤੇ ਗੁਆਂਗਜ਼ੂ ਵਿਚਕਾਰ ਰੋਜ਼ਾਨਾ ਸਿੱਧੀ ਉਡਾਨ ਸੇਵਾਵਾਂ ਦੀ ਮੁੜ ਸ਼ੁਰੂਆਤ ਪੱਛਮੀ ਬੰਗਾਲ ਦੀ ਰਾਜਧਾਨੀ ਦੀ ਪੂਰਬੀ ਭਾਰਤ ਵਿੱਚ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਹਵਾਬਾਜ਼ੀ ਹੱਬ ਵਜੋਂ ਸਥਿਤੀ ਨੂੰ ਹੋਰ ਮਜ਼ਬੂਤ ਕਰੇਗੀ। ਅਮਰੀਕਾ ਵਿੱਚ ਸਤੰਬਰ 'ਚ ਮਹਿੰਗਾਈ ਦੇ ਆંકੜੇ ਉਮੀਦ ਤੋਂ ਥੋੜਾ ਘੱਟ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਸੋ ਡਾਊ ਜੋਨਸ ਇੰਡਸਟਰੀਅਲ ਔਸਤ ਜਿਹੜਾ ਹੈ 472.51 ਅੰਕ ਜਾਂ 1.01% ਵੱਧ ਕੇ 47,207.12 ਤੇ ਪਹੁੰਚ ਗਏ, ਜੋ ਪਹਿਲੀ ਵਾਰ 47,000 ਤੋਂ ਉੱਪਰ ਬੰਦ ਹੋਇਆ। S&P 500 ਇੰਡੈਕਸ ਜਿਹੜਾ ਹੈ 53.25 ਅੰਕ ਜਾਂ 0.79% ਵੱਧ ਕੇ 6,791.69 ਤੇ ਪਹੁੰਚ ਗਿਆ। ਨੈਸਡੈਕ ਕੰਪੋਜ਼ਿਟ ਇੰਡੈਕਸ ਜੋ ਹੈ 263 यानी कि 263.07 अंक ਜਾਂ 1.15% ਵੱਧ ਕੇ 23,204.87 ਤੇ ਪਹੁੰਚ ਗਿਆ। ਤਿੰਨੋਂ ਪ੍ਰਮੁੱਖ ਔਸਤਕ ਸੂਚਕਾਂਕ ਰਿਕਾਰਡ ਉੱਚੇ ਪੱਧਰ ਤੇ ਬੰਦ ਹੋਏ ਹਨ। ਸੋ ਇਸ ਦਾ ਵੱਡਾ ਅਸਰ ਜਿਹੜਾ ਦੇਖਣ ਨੂੰ ਮਿਲਿਆ ਪ੍ਰਮੁੱਖ ਸੈਕਟਰਾਂ ਵਿੱਚ 6 ਵਿੱਚ ਤੇਜ਼ੀ ਨਾਲ, ਟੈਕਨੋਲੋਜੀ ਅਤੇ ਸੰਚਾਰ ਸੇਵਾਵਾਂ ਵਿੱਚ ਕ੍ਰਮਵਾਰ 1.58% ਅਤੇ 1.27% ਦੀ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ। ਊਰਜਾ ਅਤੇ ਸਮੱਗਰੀ ਖੇਤਰਾਂ ਵਿੱਚ ਕ੍ਰਮਵਾਰ 1.1% ਅਤੇ 0.61% ਦੀ ਗਿਰਾਵਟ ਆਈ ਹੈ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮੇਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।